ਅੱਜ ਅਸੀਂ ਅਮਰਜੀਤ ਕੌਂਕੇ ਦੇ ਕਾਵਿ ਚਿੰਤਨ ਬਾਰੇ ਵਿਚਾਰ ਚਰਚਾ ਕਰਾਂਗੇ। ਅਮਰਜੀਤ ਕੌਂਕੇ ਬਹੁਤ ਸਾਰੀ ਸ਼ਖਸੀਅਤ ਦਾ ਮਾਲਕ ਹੈ। ਉਹ ਕਾਵਿ ਸਿਰਜਣਾ, ਸੰਪਾਦਨਾ, ਆਲੋਚਨਾ ਅਤੇ ਅਨੁਵਾਦ ਦੇ ਖੇਤਰ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਹ ਪੰਜਾਬੀ ਅਤੇ ਹਿੰਦੀ ਸਾਹਿਤ ਜਗਤ ਵਿੱਚ ਨਾਮਵਰ ਸਾਹਿਤਕਾਰ ਵਜੋਂ ਸਤਿਕਾਰਿਆ ਜਾਂਦਾ ਹੈ। ਅਮਰਜੀਤ ਕੌਂਕੇ ਸਾਹਿਤਕ ਮੈਗਜ਼ੀਨ ਪ੍ਰਤਿਮਾਨ ਦਾ ਸੰਪਾਦਕ ਹੈ। ਉਸ ਨੂੰ ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ 2016 ਵਿੱਚ ਸਾਹਿਤ ਅਕੈਡਮੀ ਅਨੁਵਾਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਰਜੀਤ ਕੌਂਕੇ ਨੇ ਨਿਰਵਾਣ ਦੀ ਤਲਾਸ਼ ਵਿੱਚ ਕਾਵਿ ਸੰਗ੍ਰਹਿ 1987 ਤੋਂ ਆਪਣਾ ਕਾਵਿ ਸਫ਼ਰ ਸ਼ੁਰੂ ਕੀਤਾ ਅਤੇ ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਮ੍ਰਿਤੀਆਂ ਦੀ ਲਾਟਣ ਅਤੇ ਪਿਆਸ ਕਾਵਿ ਸੰਗ੍ਰਹਿਾਂ ਦੀ ਸਿਰਜਣਾ ਕਰਕੇ ਪੰਜਾਬੀ ਕਾਵਿ ਜਗਤ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕੀਤੀ। ਅਮਰਜੀਤ ਕੌਂਕੇ ਨਵੀਂ ਪੰਜਾਬੀ ਕਵਿਤਾ ਵਿੱਚ ਆਪਣੀ ਵਿਲੱਖਣ ਕਾਵਿ ਸ਼ੈਲੀ ਰਾਹੀਂ ਸਥਾਪਤੀ ਦਰਜ ਕਰਦਾ ਹੈ। ਉਸ ਦਾ ਲੰਬੇਰਾ ਕਾਵਿ ਸਫ਼ਰ ਸੰਵੇਦਨੀ ਸ਼ਖਸੀਅਤ, ਸਹਿਜ ਸ਼ਬਦ ਚੋਣ ਅਤੇ ਨਿਵੇਕਲਾ ਦ੍ਰਿਸ਼ਟੀਕੋਣ ਕਵਿਤਾ ਨੂੰ ਸਿਖਰ ਪ੍ਰਦਾਨ ਕਰਦਾ ਹੈ। ਉਹ ਕਵਿਤਾ ਲਿਖਣ ਲਈ ਜੱਦੋ-ਜਹਿਦ ਨਹੀਂ ਕਰਦਾ। ਉਹ ਨੈਤਿਕਤਾ ਦੀ ਬੰਦਿਸ਼ ਵਿੱਚ ਅਤ੍ਰਿਪਤ ਖਹਿਸ਼ਾਂ ਨਾਲ ਸੰਘਰਸ਼ ਕਰਦੇ ਮਨੁੱਖ ਦੀ ਦਵੰਦਮਈ ਸਥਿਤੀ ਨੂੰ ਕਵਿਤਾ ਦਾ ਵਿਸ਼ਾ ਵਸਤੂ ਬਣਾਉਂਦਾ ਹੈ। ਉਹ ਸਮਕਾਲ ਤੋਂ ਸੰਤੁਸ਼ਟ ਨਹੀਂ ਹੈ। ਕਦੇ ਉਹ ਭੂਤਕਾਲ ਦੀ ਜੀਵਨ ਸ਼ੈਲੀ ਦਾ ਪ੍ਰਸ਼ੰਸਕ ਬਣਦਾ ਹੈ ਅਤੇ ਕਦੇ ਭਵਿੱਖ ਵਿੱਚ ਬੰਦਸ਼ਾਂ ਰਹਿਤ ਜੀਵਨ ਸ਼ੈਲੀ ਦੀ ਕਲਪਨਾ ਕਰਕੇ ਤ੍ਰਿਪਤੀ ਹਾਸਲ ਕਰਨ ਦਾ ਭਰਮ ਸਿਰਜਦਾ ਹੈ। ਅਮਰਜੀਤ ਕੌਂਕੇ ਨੇ ਦਾਇਰਿਆਂ ਦੀ ਕਬਰ ਵਿੱਚੋਂ ਸਾਂਝੇ ਕਾਵਿ ਸੰਗ੍ਰਹਿ ਵਿੱਚ ਸਵਰਨਜੀਤ ਸਵੀ ਅਤੇ ਬਲਜੀਤ ਮੋਗਾ ਨਾਲ ਮਿਲ ਕੇ ਆਪਣੀਆਂ ਕਵਿਤਾਵਾਂ ਸੰਪਾਦਿਤ ਕੀਤੀਆਂ। ਉਸ ਦੀਆਂ ਕਵਿਤਾਵਾਂ ਨੇ ਪਾਠਕਾਂ ਨੂੰ ਆਕਰਸ਼ਿਤ ਕੀਤਾ। ਅਮਰਜੀਤ ਕੌਂਕੇ ਦੀ ਮੌਲਿਕ ਕਾਵਿ ਸ਼ੈਲੀ ਅਤੇ ਕਾਵਿ ਵਸਤੂ ਨੇ ਪੰਜਾਬੀ ਕਵਿਤਾ ਵਿੱਚ ਪੈਦਾ ਹੋ ਰਹੇ ਨਵੇਂ ਰੁਝਾਨ ਦੀ ਸੂਚਨਾ ਦਰਜ ਕੀਤੀ। ਨਿਰਵਾਣ ਦੀ ਤਲਾਸ਼ ਵਿੱਚ ਕਾਵਿ ਸੰਗ੍ਰਹਿ ਨੇ ਅਮਰਜੀਤ ਕੌਂਕੇ ਦੀ ਕਵਿਤਾ ਬਾਰੇ ਚਰਚਾ ਦਾ ਆਗਾਜ਼ ਕੀਤਾ। ਉਸ ਦੀ ਕਵਿਤਾ ਨੇ ਅਤੀਤ ਅਤੇ ਵਰਤਮਾਨ ਜੀਵਨ ਸ਼ੈਲੀਆਂ ਵਿੱਚ ਆਏ ਪਰਿਵਰਤਨ ਨੂੰ ਸੂਖਮਤਾ ਦੇ ਨਾਲ ਸਧਾਰਨ ਸ਼ਬਦਾਂ ਵਿੱਚ ਪਰ ਨਵੇਂ ਅਰਥਾਂ ਵਿੱਚ ਪੇਸ਼ ਕੀਤਾ। ਉਹ ਅਤੀਤ ਨਾਲ ਆਪਣੀ ਭਾਵਕ ਸਾਂਝ ਨੂੰ ਨਜ਼ਮਾਂ ਵਿੱਚ ਪੇਸ਼ ਕਰਦਾ ਹੈ। ਉਹ ਬਾਰ-ਬਾਰ ਮਾਂ ਦੀ ਮਮਤਾ ਅਤੇ ਬਚਪਨ ਦੀਆਂ ਯਾਦਾਂ ਨੂੰ ਕਵਿਤਾ ਦਾ ਵਿਸ਼ਾ ਬਣਾਉਂਦਾ ਹੈ। ਉਸ ਨੂੰ ਵਰਤਮਾਨ ਨਾਲੋਂ ਅਤੀਤ ਸੁਹਾਵਣਾ ਅਤੇ ਤਣਾਅ ਮੁਕਤ ਲੱਗਦਾ ਹੈ। ਪਤਾ ਨਹੀਂ ਪਰ ਕਿਸ ਮੋੜ 'ਤੇ ਰਹਿ ਗਏ ਨੇ ਉਹ ਮਾਸੂਮ ਜਿਹੇ ਹਾਸੇ, ਮਾਂ ਦੀਆਂ ਤੋਤਲੀਆਂ ਬਾਤਾਂ। ਅਮਰਜੀਤ ਕੌਂਕੇ ਦਾ ਕਾਵਿ ਨਾਇਕ ਨਿਰਵਾਣ ਦੀ ਤਲਾਸ਼ ਵਿੱਚੋਂ ਘਰੋਂ ਨਿਕਲਦਾ ਹੈ ਜਿਵੇਂ ਗੌਤਮ ਘਰੋਂ ਨਿਕਲਿਆ ਸੀ, ਪਰ ਕੌਂਕੇ ਦਾ ਕਾਵਿ ਨਾਇਕ ਨਿਰਵਾਣ ਦੀ ਪ੍ਰਾਪਤੀ ਦੀ ਜੱਦੋ-ਜਹਿਦ ਵਿੱਚੇ ਛੱਡ ਕੇ ਮੁੜ ਮੋਹ ਦੇ ਰਿਸ਼ਤਿਆਂ ਦੀ ਕੈਦ ਕਬੂਲ ਕਰਕੇ ਮਾਨਸਿਕ ਕਸ਼ਮਕਸ਼ ਨੂੰ ਹਟਾਉਂਦਾ ਹੈ। ਸੋਚ ਦੇ ਪੈਰਾਂ ਵਿੱਚ ਪਈਆਂ ਖੜਾਵਾਂ ਕਿੱਥੇ ਰਹਿ ਗਈਆਂ ਅਮਰਜੀਤ, ਨਿਰਵਾਣ ਢੂੰਡਦੇ ਤੇਰੇ ਕਦਮ ਪਰਤ ਰਹੇ ਨੇ ਫਿਰ ਦਾਇਰਿਆਂ ਦੇ ਸੰਸਾਰ ਵਿੱਚ। ਅਮਰਜੀਤ ਕੌਂਕੇ ਦਾ ਕਾਵਿ ਨਾਇਕ ਮਹਾਤਮਾ ਬੁੱਧ ਅਤੇ ਭਗਵਾਨ ਰਜਨੀਸ਼ ਦੇ ਫਲਸਫਿਆਂ ਵਿੱਚ ਉਲਝ ਜਾਂਦਾ ਹੈ। ਉਸ ਨੂੰ ਮਹਾਤਮਾ ਬੁੱਧ ਦਾ ਤਿਆਗ ਅਤੇ ਰਜਨੀਸ਼ ਦੀ ਭੋਗੀ ਬਿਰਤੀ ਵਿੱਚ ਚੋਣ ਕਰਨੀ ਮੁਸ਼ਕਲ ਹੋ ਜਾਂਦੀ ਹੈ। ਕਦੇ ਉਹ ਸੰਸਾਰਕ ਸੁੱਖਾਂ ਦੇ ਤਿਆਗ ਨੂੰ ਮਹੱਤਵ ਦਿੰਦਾ ਹੈ ਅਤੇ ਕਦੇ ਉਹ ਸੰਸਾਰਕ ਪਦਾਰਥਾਂ ਅਤੇ ਜਿਸਮਾਂ ਦੇ ਭੋਗ ਨੂੰ ਮਹੱਤਵ ਦਿੰਦਾ ਹੈ। ਉਹ ਭਟਕਣ ਦੀ ਕੈਦ ਵਿੱਚ ਦਵੰਦ ਨੂੰ ਹਟਾਉਂਦਾ ਹੈ। ਬੋਧ ਬਿਰਖ ਥੱਲੇ ਬੈਠਾ ਬੁੱਧ ਆਖਦਾ ਸੀ, ਤ੍ਰਿਸ਼ਨਾ ਤੁਹਾਡੇ ਦੁੱਖਾਂ ਦਾ ਕਾਰਨ ਹੈ, ਪਰ ਰਜਨੀਸ਼ ਹਿਪਨੋਟਾਈਜ਼ ਅੱਖਾਂ ਲਈ ਬੋਲਿਆ, ਆਵਾਜ਼ ਸੰਭੋਗ ਤੋਂ ਸਮਾਧੀ ਤੱਕ ਪਹੁੰਚ। ਕਿਸੇ ਨੇ ਭੋਗੀ ਹੋਣ ਬਾਰੇ ਕਿਹਾ, ਕਿਸੇ ਨੇ ਸੰਜਮੀ ਹੋਣ ਬਾਰੇ, ਅਤੇ ਮੈਂ ਕਿਸੇ ਤਰਸ਼ੰਕੂ ਵਾਂਗ ਸੰਜਮ ਅਤੇ ਭੋਗ ਦੇ ਵਿਚਕਾਰ ਲਟਕ ਗਿਆ। ਦਵੰਦ ਕਥਾ ਦੂਸਰਾ ਕਾਵਿ ਸੰਗ੍ਰਹਿ ਹੈ ਜੋ 1990 ਦੇ ਵਿੱਚ ਪ੍ਰਕਾਸ਼ਿਤ ਹੋਇਆ। ਦਵੰਦ ਕਥਾ ਦੇ ਅਧਿਐਨ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅਮਰਜੀਤ ਕੌਂਕੇ ਪੰਜਾਬ ਸੰਕਟ ਅਤੇ ਅੱਤਵਾਦ ਦੇ ਦੌਰ ਦੇ ਕਾਲੇ ਦਿਨਾਂ ਦੇ ਅਮਾਨਵੀ ਵਰਤਾਰੇ ਦੌਰਾਨ ਝੱਲੀ ਸਮਾਜਿਕ ਪੀੜਾ ਨੂੰ ਸੂਖਮਤਾ ਨਾਲ ਕਲਮਬੱਧ ਕਰਦਾ ਹੈ। ਦਵੰਦ ਕਥਾ ਦੇ ਅਧਿਐਨ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅਮਰਜੀਤ ਕੌਂਕੇ ਪੰਜਾਬ ਸੰਕਟ ਅੱਤਵਾਦੀ ਦੌਰ ਦੇ ਕਾਲੇ ਦਿਨਾਂ ਦੇ ਅਮਾਨਵੀ ਵਰਤਾਰੇ ਦੌਰਾਨ ਝੱਲੀ ਮਾਨਸਿਕ ਪੀੜਾ ਨੂੰ ਸੂਖਮਤਾ ਨਾਲ ਕਲਮਬੱਧ ਕਰਦਾ ਹੈ। ਉਹ ਨਿੱਜ ਦੀ ਕੈਦ ਤੋਂ ਮੁਕਤ ਹੋ ਕੇ ਸਮਾਜ ਅਤੇ ਰਾਜਸੀ ਸਰੋਕਾਰਾਂ ਪ੍ਰਤੀ ਭਾਵਪੂਰਨ ਪ੍ਰਤੀਕਰਮ ਦਰਜ ਕਰਦਾ ਹੈ। ਉਹ ਛਟਪਟਾਹਟ ਅਤੇ ਬਨਵਾਸ ਕਵਿਤਾਵਾਂ ਵਿੱਚ ਮਿਥਿਹਾਸ ਅਤੇ ਸਮਕਾਲ ਦੀਆਂ ਸਥਿਤੀਆਂ ਦਾ ਤੁਲਨਾਤਮਕ ਅਧਿਐਨ ਕਰਦਾ ਹੈ। ਅਮਰਜੀਤ ਕੌਂਕੇ ਦਾ ਕਾਵਿ ਨਾਇਕ
ਆਦਰਸ਼ਵਾਦ ਤਹਿਤ ਘਰ ਦਾ ਤਿਆਗ ਨਹੀਂ ਕਰਦਾ, ਸਗੋਂ ਸਮਕਾਲੀ ਸਮਾਜਿਕ, ਆਰਥਿਕ ਅਤੇ ਰਾਜਸੀ ਸਮੱਸਿਆਵਾਂ ਦੇ ਹੱਲ ਅਤੇ ਸੰਘਰਸ਼ ਲਈ ਘਰੋਂ ਨਿਕਲਦਾ ਹੈ। ਉਸ ਨੂੰ ਆਪਣੀ ਹਿੰਮਤ ਤੇ ਵਿਸ਼ਵਾਸ ਹੈ ਕਿ ਉਹ ਇੱਕ ਦਿਨ ਕਾਲੇ ਹਨੇਰੇ ਦਾ ਅੰਤ ਕਰਕੇ ਵਾਪਸ ਆਏਗਾ। ਉਹ ਕਾਲੇ ਹਨੇਰੇ ਭਾਵੇਂ ਅੱਤਵਾਦ ਦੇ ਹੋਣ, ਭਾਵੇਂ ਆਰਥਿਕ ਲੁੱਟ ਦੇ। ਰਾਮ ਜਿਵੇਂ ਪਰਤਿਆ ਸੀ ਮਾਂ, ਮੈਂ ਵੀ ਉਵੇਂ ਹੀ ਪਰਤਾਂਗਾ, ਇਸ ਕਾਲੇ ਮੌਸਮ ਦੀ ਧੁੰਨੀ ਵਿੱਚ ਤੀਰ ਮਾਰ ਕੇ। ਇੱਕ ਉਦਾਹਰਨ ਹੋਰ ਹੈ, ਇੱਕ ਨਾ ਇੱਕ ਦਿਨ ਚੀਰ ਦੇਵਾਂਗਾ ਇਹ ਹਨੇਰੇ ਦੀ ਚਾਦਰ, ਬਸ ਇਹੋ ਸੋਚ ਕੇ ਮੈਂ ਯੁੱਧ ਰਤ ਹਾਂ ਨਿਰੰਤਰ। ਯਕੀਨ ਕਾਵਿ ਸੰਗ੍ਰਹਿ 1993 ਵਿੱਚ ਪ੍ਰਕਾਸ਼ਿਤ ਹੋਇਆ। ਇਹ ਅਮਰਜੀਤ ਕੌਂਕੇ ਦਾ ਤੀਸਰਾ ਕਾਵਿ ਸੰਗ੍ਰਹਿ ਹੈ। ਯਕੀਨ ਵਿਚਲੀ ਕਵਿਤਾ ਪ੍ਰਤੀਕਾਤਮਕ ਸਰੂਪ ਵਿੱਚ ਉਜਾਗਰ ਹੁੰਦੀ ਹੈ। ਸਾਂਵਲੀ ਨਦੀ ਕਵਿਤਾ ਵਿੱਚ ਕੌਂਕੇ ਮੁਹੱਬਤ ਅਤੇ ਸਮਾਜ ਦੀ ਅੰਤਰ-ਨਿਰਭਰਤਾ ਨੂੰ ਪ੍ਰਤੀਕਾਤਮਕ ਸ਼ੈਲੀ ਵਿੱਚ ਬਾਖੂਬੀ ਪ੍ਰਗਟਾਉਂਦਾ ਹੈ। ਉਹ ਆਖਦੀ, ਮੈਨੂੰ ਧੁੱਪ ਤੋਂ ਡਰ ਲੱਗਦਾ ਹੈ, ਮੈਨੂੰ ਹਵਾ ਤੋਂ ਖੌਫ ਆਉਂਦਾ ਹੈ, ਦੂਰ ਲੈ ਚੱਲ ਮੈਨੂੰ ਸੁਪਨਿਆਂ ਦੇ ਜਾਮਣੀ ਦੇਸ, ਜਿੱਥੇ ਨਾ ਧੁੱਪ ਹੋਵੇ ਨਾ ਹਵਾ। ਪਰ ਉਸ ਚੱਲੀ ਨੂੰ ਕੀ ਸਮਝਾਉਂਦਾ ਮੈਂ ਕਿ ਧੁੱਪ ਤੇ ਹਵਾ ਬਿਨਾਂ ਜੀਉਣਾ ਕਿੰਨਾ ਕਠਿਨ ਹੁੰਦਾ ਹੈ। ਯਕੀਨ ਦਾ ਕਾਵਿ ਨਾਇਕ ਵੀ ਮੋਹ ਦੀਆਂ ਬੰਦਸ਼ਾਂ ਤੋਂ ਮੁਕਤ ਹੋਣ ਦੇ ਲਈ ਤਤਪਰ ਹੈ। ਉਸ ਦੀ ਦ੍ਰਿੜਤਾ ਵਿਰਾਸਤੀ ਨੈਤਿਕਤਾ ਦੀ ਸੀਮਾ ਉਲੰਘ ਕੇ ਸਵੈ ਸਿਰਜੇ ਸਮਾਜ ਵਿੱਚ ਵਿਚਰਨਾ ਲੋਚਦੀ ਹੈ। ਉਹ ਕੈਕਟਸ ਦੀ ਥਾਂ ਸੂਰਜਮੁਖੀ ਉਗਾਉਣ ਲਈ ਬੇਚੈਨ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਮੌਸਮ ਦੀ ਬਦਸੂਰਤੀ ਦੇ ਖਿਲਾਫ ਆਪਣੀ ਅਗਲੀ ਪੀੜ੍ਹੀ ਨੂੰ ਤਿਆਰ ਕਰੇਗਾ। ਇਸ ਮੌਸਮ ਦੀ ਬਦਸੂਰਤੀ ਦੇ ਖਿਲਾਫ ਆਪਣੇ ਬੱਚਿਆਂ ਦੇ ਹੋਂਠਾਂ 'ਤੇ ਬੰਸਰੀ ਅਤੇ ਹੱਥਾਂ 'ਤੇ ਪੁਸਤਕਾਂ ਧਰਾਂਗਾ, ਮੈਂ ਬਸ ਇੰਨਾ ਕੁ ਕਰਾਂਗਾ। ਦੂਸਰੀ ਉਦਾਹਰਨ ਹੈ, ਮੈਂ ਉਲੰਘਦਾ ਹਾਂ ਆਪਣੀ ਵਿਰਾਸਤ ਦੀਆਂ ਖਾਈਆਂ, ਰਸਤੇ ਵਿੱਚ ਅਟਕੇ ਮੋਹ ਦੇ ਪਰਬਤ, ਆਪਣੇ ਘਰਾਂ ਦੀ ਦਹਿਲੀਜ਼। ਯਕੀਨ ਦਾ ਕਾਵਿ ਨਾਇਕ ਜੀਵਨ ਦੀ ਕਾਹਲ ਤੋਂ ਤੰਗ ਆ ਕੇ ਸਹਿਜਮਈ ਜੀਵਨ ਲਈ ਬੇਤਾਬ ਹੈ। ਆਮ ਮਨੁੱਖ ਦਾ ਜੀਵਨ ਬਿਨਾਂ ਕਿਸੇ ਕਾਰਨ ਕਾਹਲ ਤੇ ਬੇਚੈਨੀ ਦਾ ਸ਼ਿਕਾਰ ਹੈ। ਕੁਰਸੀ ਵਾਲਾ ਕਵਿਤਾ ਸਧਾਰਨ ਕਿਰਤੀ ਦੀ ਸਹਿਜਤਾ ਅਤੇ ਮੱਧ ਵਰਗੀ ਮਨੁੱਖ ਦੀ ਬੇਚੈਨ ਤਬੀਅਤ ਦੀ ਖੂਬਸੂਰਤੀ ਨਾਲ ਤੁਲਨਾ ਕਰਦੀ ਹੈ। ਮੇਰੇ ਸਾਹਮਣੇ ਕੁਰਸੀਆਂ ਵਾਲਾ ਬੁਣ ਰਿਹਾ ਹੈ ਕੁਰਸੀਆਂ, ਇੱਕ ਤਾਰ ਦੱਬ ਕੇ ਕਦੇ ਦੋ ਚੁੱਕਦਾ, ਕਿੰਨੇ ਸਹਿਜ ਨਾਲ ਬੁਣ ਰਿਹਾ ਹੈ ਕੁਰਸੀਆਂ, ਉਸ ਦੇ ਸਾਹਮਣੇ ਬੈਠਾ ਕਿੰਨੀ ਕਾਹਲ ਵਿੱਚ ਭਰਿਆ ਹਾਂ। ਮੈਂ ਕਿਤੇ ਜਾਣਾ ਵੀ ਨਹੀਂ ਹੈ ਤੇ ਕਿਤੇ ਮੁੜਨਾ ਵੀ ਨਹੀਂ ਹੈ, ਕੰਮ ਵੀ ਨਹੀਂ ਜ਼ਰੂਰੀ ਕੋਈ, ਉਡੀਕ ਵੀ ਨਹੀਂ ਰਿਹਾ ਮੈਨੂੰ ਕੋਈ ਕਿਤੇ। ਸ਼ਬਦ ਰਹਿਣਗੇ ਕੋਲ 1996 ਵਿੱਚ ਪ੍ਰਕਾਸ਼ ਹੋਇਆ। ਇਹ ਅਮਰਜੀਤ ਕੌਂਕੇ ਦਾ ਚੌਥਾ ਕਾਵਿ ਸੰਗ੍ਰਹਿ ਹੈ, ਜਿਸ ਵਿੱਚ ਅਤ੍ਰਿਪਤ ਕਾਮਨਾਵਾਂ ਦੇਹੀ ਨਾਦ ਦੀ ਪ੍ਰਸਤੁਤੀ ਪ੍ਰਤੀਕਾਤਮਕ ਸ਼ੈਲੀ ਰਾਹੀਂ ਕੀਤੀ ਗਈ ਹੈ। ਸ਼ਬਦ ਰਹਿਣਗੇ ਕੋਲ ਦਾ ਕਾਵਿ ਨਾਇਕ ਜਿਸਮਾਨੀ ਆਨੰਦ ਦੀਆਂ ਘੜੀਆਂ ਨੂੰ ਮਾਣਨ ਲਈ ਬੇਤਾਬ ਹੈ। ਉਹ ਮਾਨਸਿਕ ਉਥਲ-ਪਥਲ ਨੂੰ ਰੂਪ ਪਾਉਣ ਲਈ ਸੰਕੇਤਿਕ ਸ਼ਬਦਾਵਲੀ ਦਾ ਸਹਾਰਾ ਲੈਂਦਾ ਹੈ ਅਤੇ ਸ਼ਬਦਾਂ ਦੇ ਸਲ ਅਰਥ ਅਤੇ ਭਾਵ ਅਰਥ ਕਾਵਿ ਨਾਇਕ ਦੀ ਮਾਨਸਿਕਤਾ ਨੂੰ ਉਜਾਗਰ ਕਰਦੇ ਹਨ। ਉਹ ਆਈ ਤਾਂ ਘਿਰ ਆਏ ਬੱਦਲ, ਧਰਤੀ ਨੇ ਹੋਰ ਉਤਾਂਹ ਕੀਤੇ ਆਪਣੇ ਹਿੱਕ ਦੇ ਅਵਾਰ, ਹਵਾ ਨੇ ਪਲੋਸਿਆ ਮਦਹੋਸ਼ ਪ੍ਰਿਥਵੀ ਦੇ ਬਦਨ ਨੂੰ। ਦੀਵਾਰ ਤੋਂ ਪਾਰ ਇੱਕ ਔਰਤ ਦੀ ਆਵਾਜ਼ ਕਵਿਤਾ ਮਰਦ ਦੀ ਔਰਤ ਪ੍ਰਤੀ ਕੁਦਰਤੀ ਖਿੱਚ ਨੂੰ ਰੂਪਮਾਨ ਕਰਦੀ ਹੈ। ਕੌਂਕੇ ਮੋਰ ਅਤੇ ਬਰਸਾਤ ਕਵਿਤਾਵਾਂ ਵਿੱਚ ਭੌਤਿਕ ਜਗਤ ਅਤੇ ਮਾਨਸਿਕ ਜਗਤ ਨੂੰ ਪ੍ਰਤੀਕਾਤਮਕ ਸ਼ੈਲੀ ਵਿੱਚ ਸਮਰੂਪ ਕਰ ਦਿੰਦਾ ਹੈ। ਹਨੇਰਾ ਕਮਰਾ ਤੇ ਕਵਿਤਾਵਾਂ, ਕੁਝ ਸ਼ਬਦ ਕੁਝ ਕਵਿਤਾਵਾਂ, ਕੌਣ ਪੜ੍ਹੇਗਾ ਕਵਿਤਾਵਾਂ, ਸ਼ਬਦ ਰਹਿਣਗੇ ਕੋਲ ਅਤੇ ਅਣਲਿਖਿਆ ਸ਼ਬਦ ਕਵਿਤਾਵਾਂ ਸ਼ਬਦ ਸ਼ਕਤੀ ਦੀ ਅਹਿਮੀਅਤ ਨੂੰ ਪ੍ਰਗਟਾਉਂਦੀਆਂ ਹਨ ਅਤੇ ਅਮਰਜੀਤ ਕੌਂਕੇ ਆਪਣੇ ਸਾਹਿਤਕ ਅਮਲ ਤੋਂ ਪਾਠਕਾਂ ਨੂੰ ਵਾਕਫ ਕਰਾਉਂਦਾ ਹੈ। ਸ਼ਬਦ ਸਾਡੇ ਦੁੱਖ ਨੇ, ਸਾਡਾ ਸੁੱਖ ਵੀ ਨੇ ਸ਼ਬਦ, ਸ਼ਬਦ ਸਾਡੀ ਸੀਮਾ, ਸਾਡੀ ਸੁਭਾਵਨਾ ਵੀ ਨੇ ਸ਼ਬਦ, ਸ਼ਬਦ ਸਾਡੀ ਕਵਿਤਾ, ਸਾਡੇ ਹਥਿਆਰ ਵੀ ਨੇ ਸ਼ਬਦ। ਸਿਮਰਤੀਆਂ ਦੀ ਲਾਲਟਨ ਅਮਰਜੀਤ ਕੌਂਕੇ ਦਾ 5ਵਾਂ ਕਾਵਿ ਸੰਗ੍ਰਹਿ ਹੈ, ਜੋ 2002 ਵਿੱਚ ਪ੍ਰਕਾਸ਼ਿਤ ਹੋਇਆ। ਪੁਰਾਤਨਤਾ ਦੀ ਲਾਲਟਨ ਨਵੀਨਤਾ ਦੀ ਚਕਾਚੌਂਧ ਵਿੱਚ ਆਪਣਾ ਮਹੱਤਵ ਖੋ ਰਹੀ ਹੈ, ਪਰ ਪੁਰਾਤਨਤਾ ਦੀ ਹੱਡ-ਹੱਡਾਈ ਮੱਠੀ ਮੱਠੀ ਰੋਸ਼ਨੀ ਵਰਤਮਾਨ ਵਿੱਚ ਵੀ ਸਿਮਰਤੀਆਂ ਦਾ ਹਿੱਸਾ ਹੈ। ਸਿਮਰਤੀਆਂ ਦੀ ਲਾਲਟਨ ਦਾ ਕਾਵਿ ਨਾਇਕ ਰੋਮਾਂਸ ਅਤੇ ਯਥਾਰਥ ਦੇ ਦਵੰਦ ਨੂੰ ਭੋਗਦਾ ਹੈ। ਕਿਤੇ ਕਿਤੇ ਅਤੀਤ ਦੀਆਂ ਯਾਦਾਂ ਅਤੇ ਕਿਤੇ ਵਰਤਮਾਨ ਦਾ ਸੱਚ, ਕਿਤੇ ਨੈਤਿਕ ਮੁੱਲਾਂ ਦਾ ਸੰਚਾਰ, ਕਿਤੇ ਸਮਾਜਿਕ ਬੰਧਨਾਂ ਤੋਂ ਮੁਕਤ ਹੋ ਕੇ ਤ੍ਰਿਪਤੀ ਲਈ ਯਤਨ,
ਕਾਵਿ ਨਾਇਕ ਦੀ ਦਵੰਦਮਈ ਸਥਿਤੀ ਤੋਂ ਵਾਕਫ ਕਰਾਉਂਦਾ ਹੈ। ਸ਼ਹਿਰੀਕਰਨ ਦੀ ਦੌੜ ਨੇ ਪੇਂਡੂ ਮੁਹਾਂਦਰੇ ਅਤੇ ਅਮੀਰ ਜੀਵਨ ਜਾਚ ਨੂੰ ਢਾਲ ਲਾਉਣੀ ਸ਼ੁਰੂ ਕਰ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਸ਼ਾਇਰ ਕਵਿਤਾ ਦੇ ਮਾਧਿਅਮ ਰਾਹੀਂ ਸੱਭਿਆਚਾਰਕ ਪਿਛੋਕੜ ਅਤੇ ਉਸ ਦੀਆਂ ਸਮ੍ਰਿਤੀਆਂ ਨੂੰ ਜੀਵਤ ਰੱਖਣਾ ਲੋਚਦਾ ਹੈ। ਪਿੰਡ ਵਿਕ ਰਿਹਾ ਹੈ, ਚੰਦ ਕੁ ਸਿੱਕਿਆਂ ਦੇ ਬਦਲੇ ਮੇਰੇ ਪਿੰਡ ਵਿਚਲਾ ਘਰ ਵਿਕ ਰਿਹਾ ਹੈ। ਪਿੰਡ ਨਹੀਂ ਵਿਕ ਰਿਹਾ, ਪਿੰਡ ਦੇ ਬਹਾਨੇ ਮੇਰੇ ਪੁਰਖੇ ਵਿਕ ਰਹੇ ਹਨ, ਪੁਰਖਿਆਂ ਦੇ ਬਹਾਨੇ ਮੇਰੇ ਸੰਸਕਾਰ ਵਿਕ ਰਹੇ ਹਨ। ਇਸ ਧਰਤੀ ਤੋਂ ਤੁਰ ਗਏ ਮੇਰੇ ਪਿਤਰਾਂ ਦੇ ਪਰਿਵਾਰ ਵਿਕ ਰਹੇ ਹਨ। ਮੈਂ ਆਪਣੇ ਪਿੰਡ ਨੂੰ ਆਪਣੀ ਕਵਿਤਾ ਵਿੱਚ ਸਥਿਰ ਕਰਨਾ ਲੋਚਦਾ ਹਾਂ। ਇੱਕ ਕਵੀ ਸਿਰਫ ਇੰਨਾ ਕੁ ਹੀ ਕਰ ਸਕਦਾ ਹੈ। ਅਮਰਜੀਤ ਕੌਂਕੇ ਨੇ ਪਦਾਰਥਵਾਦੀ ਦੌਰ ਵਿੱਚ ਸਮਕਾਲੀ ਸਾਹਿਤਕਾਰ ਦੀ ਬੇਵਸੀ ਨੂੰ ਉਜਾਗਰ ਕੀਤਾ ਹੈ, ਜਿਹੜਾ ਸਮਾਜਿਕ ਆਰਥਿਕ ਪਰਿਵਰਤਨ ਦੌਰਾਨ ਹੋ ਰਹੀ ਸਰਮਾਏਦਾਰੀ ਲੁੱਟ ਨੂੰ ਵੇਖਦਾ ਹੈ, ਪਰ ਉਸ ਵਿਰੁੱਧ ਸੰਘਰਸ਼ ਦਾ ਬਿਗਲ ਨਹੀਂ ਵਜਾਉਂਦਾ, ਸਗੋਂ ਸਾਹਿਤ ਦੇ ਮਾਧਿਅਮ ਰਾਹੀਂ ਯਾਦਾਂ ਨੂੰ ਸਿਰਫ ਸੰਭਾਲਣ ਦੀ ਮਜਬੂਰੀ ਨੂੰ ਜ਼ਾਹਰ ਕਰਦਾ ਹੈ। ਸਮ੍ਰਿਤੀਆਂ ਦੀ ਲਾਲਟਨ ਦਾ ਕਾਵਿ ਨਾਇਕ ਸਧਾਰਨ ਮਨੁੱਖ ਹੈ। ਉਹ ਨਾ ਤਾਂ ਪੂਰੀ ਤਰ੍ਹਾਂ ਦੇਵਤਾ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਸ਼ੈਤਾਨ ਹੈ। ਉਹ ਜੀਵਨ ਦੇ ਕੌੜੇ ਕਸੈਲੇ ਸੱਚ ਨਾਲ ਦੋ ਚਾਰ ਹੁੰਦਿਆਂ ਸਮਾਜਿਕ ਬੰਧਨਾਂ ਤੋਂ ਬਗਾਵਤ ਕਰਨਾ ਲੋਚਦਾ ਹੈ, ਲੇਕਿਨ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਪਾਪ ਦਾ ਅਹਿਸਾਸ ਉਸ ਨੂੰ ਬੰਧਨਾਂ ਤੋਂ ਮੁਕਤ ਨਹੀਂ ਹੋਣ ਦਿੰਦਾ। ਧਰਵਾਸ, ਅੰਤਰਯੁੱਧ, ਭਰਮ ਅਤੇ ਸ਼ਬਦਾਂ ਨਾਲ ਕਵਿਤਾਵਾਂ ਇਸ ਨੁਕਤੇ ਨੂੰ ਉਘਾੜਦੀਆਂ ਹਨ। ਅਸਾਂ ਨੇ ਕਿਹੜਾ ਤਨ ਦੇ ਨਾਲ ਨੇ ਤਨ ਛੁਆਏ, ਮਨ ਦਾ ਕੀ ਹੈ, ਤਨ ਤਾਂ ਸਾਡੇ ਅਜੇ ਪਵਿੱਤਰ। ਪਿਆਸ ਦੇਹ ਦੀ ਬੁਝਦੀ ਪਰ ਮਿਟਦੀ ਨਹੀਂ ਕਦੇ। ਸਿਮਰਤੀਆਂ ਦੀ ਲਾਟਣ ਵਿੱਚ ਜ਼ਿਆਦਾਤਰ ਕਵਿਤਾਵਾਂ ਸਮਕਾਲੀ ਮਨੁੱਖ ਦਾ ਭਾਵਪੂਰਨ ਵਿਸ਼ਲੇਸ਼ਣ ਕਰਦੀਆਂ ਹਨ ਅਤੇ ਭੌਤਿਕ ਜਗਤ ਅਤੇ ਮਾਨਸਿਕ ਜਗਤ ਵਿੱਚ ਤਬਦੀਲੀ ਦੀ ਸ਼ਨਾਖਤ ਕਰਦੀਆਂ ਹਨ। ਪਿਆਸ ਕਾਵਿ ਸੰਗ੍ਰਹਿ 2013 ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਇਹ ਅਮਰਜੀਤ ਕੌਂਕੇ ਦਾ 6ਵਾਂ ਕਾਵਿ ਸੰਗ੍ਰਹਿ ਹੈ। ਅਮਰਜੀਤ ਕੌਂਕੇ ਮਾਨਵਵਾਦੀ ਸ਼ਾਇਰ ਹੈ। ਉਹ ਮਾਨਵ ਦੀਆਂ ਖਹਿਸ਼ਾਂ, ਵੇਦਨਾਵਾਂ, ਸਫਲਤਾ ਅਸਫਲਤਾਵਾਂ, ਖੁਸ਼ੀਆਂ, ਉਦਾਸੀਆਂ ਅਤੇ ਸੁਪਨਿਆਂ ਅਤੇ ਚਿੰਤਾਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਂਦਾ ਹੈ। ਉਹ ਜਿੱਥੇ ਨਿੱਜ ਕੇਂਦਰਿਤ ਮਸਲਿਆਂ ਨੂੰ ਰੂਪਮਾਨ ਕਰਦਾ ਹੈ, ਉੱਥੇ ਸਮਕਾਲੀ ਸਰੋਕਾਰਾਂ ਬਾਰੇ ਉਸਾਰੂ ਸੰਵਾਦ ਸਿਰਜਦਾ ਹੈ। ਪ੍ਰੇਮਿਕਾ ਲਈ ਤੜਫ, ਮਾਂ ਲਈ ਅਥਾਹ ਸ਼ਰਧਾ, ਨਾਰੀ ਮਨ ਦੀਆਂ ਲੁਪਤ ਉਮੰਗਾਂ, ਖਪਤ ਕਲਚਰ ਵਿੱਚ ਮਨੁੱਖ ਦਾ ਖੁਰਦਾ ਅਸਤਿਤਵ, ਲੋਕਤੰਤਰ ਵਿੱਚ ਪੈਦਾ ਹੋ ਰਿਹਾ ਜੰਗਲ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਪੈਦਾ ਹੋ ਰਿਹਾ ਆਤੰਕਵਾਦ, ਗਰੀਬੀ ਅਤੇ ਅਮੀਰੀ ਵਿੱਚ ਵੱਧਦਾ ਪਾੜਾ, ਧਾਰਮਿਕ ਪਖੰਡਵਾਦ, ਦਲਿਤ ਸਮਾਜ ਦਾ ਸ਼ੋਸ਼ਣ, ਮਨੁੱਖ ਦੀ ਦਵੰਦਮਈ ਸਥਿਤੀ ਅਤੇ ਸਾਹਿਤਕ ਖੇਤਰ ਵਿੱਚ ਪੱਖਪਾਤ ਆਦਿ ਵਿਸ਼ਿਆਂ ਉੱਤੇ ਭਾਵਪੂਰਨ ਕਵਿਤਾਵਾਂ ਦੀ ਸਿਰਜਣਾ ਕਰਦਾ ਹੈ। ਅਮਰਜੀਤ ਕੌਂਕੇ ਦਾ ਕਾਵਿ ਨਾਇਕ ਸਮਝੌਤਾਵਾਦੀ ਬਿਰਤੀ ਦਾ ਤਿਆਗ ਕਰਕੇ ਜੁਝਾਰੂ ਸੁਭਾਅ ਨੂੰ ਗ੍ਰਹਿਣ ਕਰਦਾ ਹੈ, ਆਸ਼ਾਵਾਦੀ ਵਿਚਾਰਧਾਰਾ ਦੀ ਪ੍ਰੋੜਤਾ ਕਰਦਾ ਹੈ। ਉੱਠਣਗੇ ਇਹ ਸਾਰੇ ਇਕਲਵਿਆ ਇੱਕ ਦਿਨ, ਜਿਹੜੇ ਆਪਣੇ ਅੰਗੂਠੇ ਦੀ ਥਾਂ ਤੁਹਾਨੂੰ ਤੀਰ ਦੇਣਗੇ, ਤੁਹਾਡੀਆਂ ਦੁਰਨਾਚਾਰੀਆਂ ਸਾਜ਼ਿਸ਼ਾਂ ਦੇ ਸਾਰੇ ਪਰਦੇ ਚੀਰ ਦੇਣਗੇ, ਜਵਾਬ ਮੰਗਣਗੇ ਤੁਹਾਡੇ ਤੋਂ ਇੱਕ ਦਿਨ ਇਹ ਕੱਟੇ ਹੋਏ ਅੰਗੂਠੇ। ਅਮਰਜੀਤ ਕੌਂਕੇ ਦੀ ਕਾਵਿ ਸਿਰਜਣਾ ਬਾਰੇ ਵਿਚਾਰ ਚਰਚਾ ਕਰਨ ਉਪਰੰਤ ਕੁਝ ਨੁਕਤੇ ਸਪਸ਼ਟ ਹੁੰਦੇ ਹਨ ਕਿ ਅਮਰਜੀਤ ਕੌਂਕੇ ਦੀ ਸ਼ਾਇਰੀ ਅਤੀਤ ਅਤੇ ਵਰਤਮਾਨ ਦੀ ਦਵੰਦਮਈ ਸਥਿਤੀ ਨੂੰ ਕਲਮਬੱਧ ਕਰਦੀ ਹੈ। ਪਦਾਰਥਿਕ ਦੌੜ ਵਿੱਚ ਮਨੁੱਖੀ ਅਸਤਿਤਵ ਨੂੰ ਪੈਦਾ ਹੋਏ ਖਤਰੇ ਦੀ ਸੂਚਨਾ ਦਿੰਦੀ ਹੈ। ਨਵੇਂ ਸੱਭਿਆਚਾਰ ਅਤੇ ਪੁਰਾਣੇ ਸੱਭਿਆਚਾਰ ਦਾ ਤੁਲਾਤਮਕ ਵਿਸ਼ਲੇਸ਼ਣ ਕਰਦੀ ਹੈ। ਨੈਤਿਕਤਾ ਦੀਆਂ ਬੰਦਸ਼ਾਂ ਅਤੇ ਕਾਮਨਾਵਾਂ ਦੀ ਪੂਰਤੀ ਲਈ ਸਦਾਚਾਰਕ ਹੱਦਾਂ ਦੇ ਉਲੰਘਣ ਦੀ ਦੋਚਿੱਤੀ ਨੂੰ ਸੂਖਮਤਾ ਨਾਲ ਪ੍ਰਗਟਾਉਂਦੀ ਹੈ। ਭੌਤਿਕ ਜਗਤ ਦੇ ਪ੍ਰਭਾਵ ਸਦਕਾ ਮਾਨਸਿਕ ਜਗਤ ਵਿੱਚ ਪੈਦਾ ਹੋਈ ਬੇਚੈਨੀ ਨੂੰ ਜ਼ੁਬਾਨ ਪ੍ਰਦਾਨ ਕਰਦੀ ਹੈ। ਦੇਹੀ ਨਾਦ ਦਾ ਸੰਗੀਤ ਵੀ ਕਵਿਤਾ ਵਿੱਚ ਬਿਰਾਜਮਾਨ ਹੈ। ਅਮਰਜੀਤ ਕੌਂਕੇ ਆਪਣੀ ਕਾਵਿ ਸਿਰਜਣਾ ਦੇ ਪ੍ਰੇਰਨਾ ਸੋਚਤਾ ਬਾਰੇ ਸਪਸ਼ਟ ਕਰਦਾ ਹੈ। ਜਦੋਂ ਵੀ ਉਦਾਸ ਹੋਈਦਾ, ਬੇਘਰਿਆਂ ਵਾਂਗ ਤੁਰ ਪਈਦਾ ਨਜ਼ਮ ਦੀ ਦਹਿਲੀਜ਼ 'ਤੇ ਅਲਖ ਜਗਾਉਣ। ਮੈਂ ਕਵਿਤਾ ਨਹੀਂ, ਜਿਵੇਂ ਤੈਨੂੰ ਹੀ ਲਿਖਦਾ ਹਾਂ, ਮੇਰੇ ਪੋਟਿਆਂ, ਮੇਰੇ ਨੈਣਾ, ਮੇਰੇ ਲਹੂ ਵਿੱਚ ਤੇਰਾ ਅਜਬ ਜਿਹਾ ਸਰੂਰ ਤੁਰਦਾ ਹੈ, ਅਜੀਬ ਜਿਹਾ ਖਿਆਲ, ਹੈਰਾਨ ਕਰਨ ਵਾਲਾ, ਪਤਾ ਨਹੀਂ ਕਿੱਥੋਂ ਫੁਰਦਾ ਹੈ। ਅਮਰਜੀਤ ਕੌਂਕੇ ਦੀ ਕਵਿਤਾ ਸਿਰਜਣਾ ਦਾ ਪ੍ਰੇਰਣ ਸਰੋਤ ਭੌਤਿਕ ਜਗਤ ਤੋਂ ਪ੍ਰਾਪਤ ਹੋਈ ਉਦਾਸੀ ਹੈ ਜਾਂ ਫਿਰ ਮੁਹੱਬਤ ਲਈ ਤੜਫ। ਉਹ ਜ਼ਿਆਦਾਤਰ ਰੋਮਾਂਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਕਿਤੇ ਕਿਤੇ ਆਦਰਸ਼ਵਾਦ, ਅਸਤਿਤਵਵਾਦ, ਯਥਾਰਥਵਾਦ, ਫਰਾਇਡਵਾਦ ਅਤੇ ਪ੍ਰਗਤੀਵਾਦੀ ਇਹ ਵਿਚਾਰਧਾਰਾ ਦਾ ਪ੍ਰਭਾਵ ਉਸ ਉੱਤੇ ਵੇਖਿਆ ਜਾ ਸਕਦਾ ਹੈ। ਉਹ ਕਿਸੇ ਇੱਕ ਵਿਚਾਰਧਾਰਾ ਨਾਲ ਪ੍ਰਤੀਬੱਧ ਨਹੀਂ ਹੈ।
ਉਹ ਸਿਰਫ ਮਾਨਵਵਾਦੀ ਵਿਚਾਰਧਾਰਾ ਦਾ ਪ੍ਰਵਕਤਾ ਹੈ। ਉਸ ਦੀ ਭਾਸ਼ਾ ਸਰਲ ਤੇ ਸਹਿਜ ਹੈ। ਉਹ ਸਰਲਤਾ ਵਿੱਚ ਗੰਭੀਰਤਾ ਪੈਦਾ ਕਰਨ ਦਾ ਹੁਨਰ ਜਾਣਦਾ ਹੈ। ਉਹ ਪ੍ਰਤੀਕਾਤਮਕ ਸ਼ੈਲੀ ਰਾਹੀਂ ਭਾਵਾਂ ਨੂੰ ਉਜਾਗਰ ਕਰਨ ਦੀ ਜੁਗਤ ਜਾਣਦਾ ਹੈ। ਉਹ ਢੁਕਵੇਂ ਅਲੰਕਾਰਾਂ ਅਤੇ ਬਿੰਬਾਂ ਪ੍ਰਤੀਕਾਂ ਨਾਲ ਭਾਵਪੂਰਨ ਕਵਿਤਾ ਦੀ ਸਿਰਜਣਾ ਕਰਦਾ ਹੈ। ਆਪਣੀ ਵਿਲੱਖਣ ਕਾਵਿ ਸ਼ੈਲੀ ਅਤੇ ਕਾਵਿ ਵਸਤੂ ਰਾਹੀਂ ਸਮਕਾਲੀ ਪੰਜਾਬੀ ਕਵਿਤਾ ਵਿੱਚ ਆਪਣੀ ਵੱਖਰੀ ਪਹਿਚਾਣ ਦਰਜ ਕਰਦਾ ਹੈ। ਬਹੁਤ ਬਹੁਤ ਧੰਨਵਾਦ।